किताब तूफानां दा शाह असवार शहीद करतार सिंह सराभा। लेखक सरदार अजमेर सिंह। आवाज़ भाई गुरजंट सिंह रूपवाली। भाग 21वां। बज-बज घाट दा खूनी साका ਅਤੇ ਹੋਰਨਾਂ ਜਹਾਜ਼ਾਂ ਦੀ ਆਮਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਗਰੇਜ਼ ਸਰਕਾਰ ਵੱਲੋਂ ਜਾਰੀ ਕੀਤੇ ਫਰਮਾਨ ਦਾ ਕਹਿਰ ਸਭ ਤੋਂ ਪਹਿਲਾਂ ਕਾਮਾ ਗਾਟਾ ਮਾਰੂ ਜਹਾਜ਼ ਦੇ ਬਦਨਸੀਬ ਸਿੱਖ ਮੁਸਾਫਰਾਂ ਉੱਤੇ ਢੱਠਾ। ਸਿੰਗਾਪੁਰ ਦੇ ਗਵਰਨਰ ਨੇ ਭਾਰਤ ਸਰਕਾਰ ਨੂੰ ਤਾਰ ਭੇਜ ਕੇ ਕਾਮਾ ਗਾਟਾ ਮਾਰੂ ਜਹਾਜ਼ ਦੇ 19 ਸਤੰਬਰ ਨੂੰ ਸਿੰਗਾਪੁਰ ਦੇ ਘਾਟ ਤੋਂ ਕਲਕੱਤੇ ਲਈ ਰਵਾਨਾ ਹੋਣ ਦੀ ਖਬਰ ਦੇ ਦਿੱਤੀ ਸੀ। ਖਬਰ ਮਿਲਦਿਆਂ ਹੀ ਕੇਂਦਰੀ CID ਅਤੇ ਪੰਜਾਬ ਸਰਕਾਰ ਦੀ CID ਦੇ ਨਾਮੀ ਅਫਸਰਾਂ ਨੇ ਰਲ ਕੇ ਜਹਾਜ਼ ਦੇ ਮੁਸਾਫਰਾਂ ਨਾਲ ਸਿੱਝਣ ਦੀਆਂ ਤਿਆਰੀਆਂ ਕਰ ਲਈਆਂ ਸਨ। ਸਰਕਾਰ ਨੂੰ ਇਹ ਖਦਸ਼ਾ ਸੀ ਕਿ ਜੇਕਰ ਇਸ ਜਹਾਜ਼ ਦੇ ਮੁਸਾਫਰਾਂ ਨੂੰ ਪੰਜਾਬ ਜਾਂ ਕਲਕੱਤੇ ਵਿੱਚ ਖੁੱਲ੍ਹੇ ਫਿਰਨ ਦਾ ਮੌਕਾ ਮਿਲ ਗਿਆ ਤਾਂ ਉਹ ਆਪਣੀ ਦੁੱਖ ਭਰੀ ਵਿਥਿਆ ਸੁਣਾ ਕੇ ਦੇਸ਼ ਦੇ ਲੋਕਾਂ ਵਿੱਚ ਅੰਗਰੇਜ਼ ਸਰਕਾਰ ਦੇ ਵਿਰੁੱਧ ਰੋਹ ਭੜਕਾ ਸਕਦੇ ਸਨ। ਇਸ ਕਰਕੇ ਸਰਕਾਰ ਨੇ ਇਹ ਪਲਾਨ ਬਣਾਈ ਕਿ ਸਰਦਾਰ ਗੁਰਦਿੱਤ ਸਿੰਘ ਤੇ ਉਸ ਦੇ ਥੋੜੇ ਜਿਹੇ ਪੱਕੇ ਹਮਾਇਤੀਆਂ ਨੂੰ ਜਹਾਜ਼ ਤੋਂ ਉਤਰਨ ਤੋਂ ਪਹਿਲਾਂ ਹੀ ਗ੍ਰਿਫਤਾਰ ਕਰਕੇ ਪੁਲਿਸ ਦੇ ਪਹਿਰੇ ਹੇਠ ਲੁਧਿਆਣੇ ਪੁੱਛ ਪੜਤਾਲ ਲਈ ਲਿਜਾਇਆ ਜਾਵੇ ਅਤੇ ਬਾਕੀ ਦੇ ਮੁਸਾਫਰਾਂ ਨੂੰ ਇੱਕ ਵਿਸ਼ੇਸ਼ ਗੱਡੀ ਵਿੱਚ ਬਿਠਾ ਕੇ ਸਰਕਾਰੀ ਖਰਚੇ ਤੇ ਘਰੋ ਘਰੀ ਪਹੁੰਚਾ ਦਿੱਤਾ ਜਾਵੇ। ਇਸ ਮੰਤਵ ਲਈ ਜਹਾਜ਼ ਨੂੰ ਘਾਟ ਉੱਤੇ ਲੱਗਣ ਤੋਂ ਪਹਿਲਾਂ ਹੀ ਸਮੁੰਦਰ ਵਿੱਚ 6 ਮੀਲ ਦੂਰ ਹੁਗਲੀ ਦਰਿਆ ਦੇ ਮੁਹਾਣੇ ਤੇ ਕਾਲਪੀ ਨਾਂ ਦੇ ਸਥਾਨ ਤੇ ਡੱਕ ਲਿਆ ਗਿਆ ਸੀ। 26 ਸਤੰਬਰ ਨੂੰ ਜਹਾਜ਼ ਖੜਾ ਹੁੰਦਿਆਂ ਹੀ ਪੁਲਿਸ ਦਗੜ ਦਗੜ ਕਰਦੀ ਜਹਾਜ਼ ਵਿੱਚ ਚੜ੍ਹ ਗਈ ਅਤੇ ਸਾਰੀਆਂ ਥਾਵਾਂ ਉੱਤੇ ਪਹਿਰਾ ਲਾ ਦਿੱਤਾ। ਅਗਲੀ ਸਵੇਰ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਪੁਲਿਸ ਦੇ CID ਮਹਿਕਮੇ ਦੇ ਆਲਾ ਅਫਸਰ ਕਿਸ਼ਤੀ ਰਾਹੀਂ ਜਹਾਜ਼ ਵਿੱਚ ਚੜ੍ਹ ਗਏ। 2 ਦਿਨ ਤੇ 2 ਰਾਤਾਂ ਜਹਾਜ਼ ਦੀ ਫਰੋਲਾ ਫਰਾਲੀ ਹੁੰਦੀ ਰਹੀ। 29 ਸਤੰਬਰ ਨੂੰ ਜਹਾਜ਼ ਨੂੰ ਉੱਥੋਂ ਤੋਰ ਕੇ ਕਲਕੱਤੇ ਤੋਂ 17 ਕੁ ਮੀਲ ਥੱਲੇ ਬਜ-ਬਜ ਘਾਟ ਤੇ ਲਿਜਾਇਆ ਗਿਆ, ਜਿੱਥੇ ਮੁਸਾਫਰਾਂ ਨੂੰ ਪੁਲਿਸ ਦੀ ਨਿਗਰਾਨੀ ਹੇਠ ਪੰਜਾਬ ਲੈ ਜਾਣ ਵਾਸਤੇ ਇੱਕ ਵਿਸ਼ੇਸ਼ ਰੇਲ ਗੱਡੀ ਖੜੀ ਕੀਤੀ ਗਈ ਸੀ। ਜਹਾਜ਼ ਉੱਤੇ ਉਸ ਵੇਲੇ 2 ਬੱਚਿਆਂ ਸਮੇਤ ਕੁੱਲ 321 ਮੁਸਾਫਰ ਸਨ। ਮੁਸਾਫਰਾਂ ਨੇ ਰਾਏ ਕਰਕੇ ਇਹ ਫੈਸਲਾ ਕਰ ਲਿਆ ਸੀ ਕਿ ਉਹ ਸਰਕਾਰੀ ਗੱਡੀ ਵਿੱਚ ਨਹੀਂ ਬੈਠਣਗੇ ਅਤੇ ਆਪਣੀ ਆਜ਼ਾਦ ਇੱਛਾ ਮੁਤਾਬਕ ਜਹਾਜ਼ ਤੋਂ ਉਤਰ ਕੇ ਕਲਕੱਤੇ ਦੇ ਗੁਰਦੁਆਰਾ ਸਾਹਿਬ ਜਾਣਗੇ, ਜਿੱਥੋਂ ਅਗਲੀ ਕਾਰਵਾਈ ਬਾਰੇ ਸੋਚ ਸਮਝ ਕੇ ਫੈਸਲਾ ਕੀਤਾ ਜਾਵੇਗਾ। ਜਹਾਜ਼ ਵਿੱਚ ਸਵਾਰ 17 ਮੁਸਲਮਾਨਾਂ ਨੇ ਪੁਲਿਸ ਅਫਸਰਾਂ ਦੇ ਕਹਿਣ ਤੇ ਸਰਕਾਰੀ ਰੇਲ ਗੱਡੀ ਵਿੱਚ ਚੜ੍ਹਨਾ ਮੰਨ ਲਿਆ, ਪਰ ਸਿੱਖ ਮੁਸਾਫਰਾਂ ਨੇ ਸਰਕਾਰੀ ਈਨ ਮੰਨਣ ਤੋਂ ਦ੍ਰਿੜ ਇਨਕਾਰ ਕਰ ਦਿੱਤਾ। ਪੁਲਿਸ ਅਫਸਰਾਂ ਨੇ ਮੁਸਾਫਰਾਂ ਨੂੰ ਜ਼ਬਰਦਸਤੀ ਉਤਾਰਨ ਦਾ ਯਤਨ ਕੀਤਾ। ਇੱਕ ਅਫਸਰ ਪਿਸਤੌਲ ਤਾਣ ਕੇ ਖਲੋ ਗਿਆ। ਪੁਲਿਸ ਦੇ ਸਿਪਾਹੀਆਂ ਨੇ ਬੰਦੂਕਾਂ ਸੂਤ ਲਈਆਂ। ਮੁਸਾਫਰਾਂ ਨੂੰ 15 ਮਿੰਟ ਦੀ ਮੋਹਲਤ ਦਿੱਤੀ ਗਈ। ਅਖੀਰ ਮੁਸਾਫਰਾਂ ਨੇ ਆਪਣੀ ਸਲਾਹ ਕਰਕੇ ਜਹਾਜ਼ ਤੋਂ ਉਤਰਨਾ ਪ੍ਰਵਾਨ ਕਰ ਲਿਆ। ਉਹਨਾਂ ਦੀ ਪਲਾਨ ਇਹ ਸੀ ਕਿ ਉਹ ਰੇਲ ਗੱਡੀ ਵਿੱਚ ਚੜ੍ਹਨ ਦੀ ਬਜਾਏ ਕਲਕੱਤੇ ਵੱਲ ਚਾਲੇ ਪਾ ਦੇਣਗੇ। ਜਹਾਜ਼ ਉੱਤੋਂ ਫੱਟਾ ਘਾਟ ਤੇ ਲਾ ਦਿੱਤਾ ਗਿਆ ਅਤੇ ਮੁਸਾਫਰ ਇੱਕ-ਇੱਕ ਕਰਕੇ ਉਤਰਨ ਲੱਗ ਪਏ। ਕਿਸੇ ਮੁਸਾਫਰ ਨੂੰ ਆਪਣਾ ਸਮਾਨ ਨਹੀਂ ਚੁੱਕਣ ਦਿੱਤਾ ਗਿਆ ਅਤੇ ਆਖਿਆ ਗਿਆ ਕਿ ਸਮਾਨ ਆਪੇ ਤੁਹਾਡੇ ਪਾਸ ਆ ਜਾਵੇਗਾ। ਪਰ ਮੁਸਾਫਰਾਂ ਚੋਂ ਇੱਕ ਸ਼ਰਧਾਲੂ ਨੇ ਪੂਰੇ ਅਦਬ ਸਤਿਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਆਪਣੇ ਸਿਰ ਤੇ ਟਿਕਾ ਲਈ ਅਤੇ ਇੱਕ-ਇੱਕ ਕਰਕੇ ਸਾਰੇ ਮੁਸਾਫਰ ਹੇਠਾਂ ਉਤਰ ਆਏ। ਲਾਗੇ ਹੀ ਸੱਜੇ ਹੱਥ ਸਾਹਮਣੇ ਬਜ-ਬਜ ਦਾ ਰੇਲਵੇ ਸਟੇਸ਼ਨ ਸੀ, ਜਿੱਥੇ ਮੁਸਾਫਰਾਂ ਨੂੰ ਲਿਜਾਣ ਵਾਲੀ ਸਰਕਾਰੀ ਰੇਲ ਗੱਡੀ ਖੜੀ ਕੀਤੀ ਹੋਈ ਸੀ। ਅਫਸਰਾਂ ਨੇ ਮੁਸਾਫਰਾਂ ਨੂੰ ਗੱਡੀ ਚੜ੍ਹਨ ਦਾ ਹੁਕਮ ਦਿੱਤਾ, ਪਰ ਮੁਸਾਫਰ ਕਿਸੇ ਵੀ ਕੀਮਤ ਤੇ ਗੱਡੀ ਚੜ੍ਹਨਾ ਨਹੀਂ ਚਾਹੁੰਦੇ ਸਨ। ਗੱਡੀ ਪਲੇਟਫਾਰਮ ਤੇ ਖੜੀ ਚੀਕਾਂ ਮਾਰ ਰਹੀ ਸੀ। ਮੁਸਾਫਰਾਂ ਦੀ ਪੁਲਿਸ ਅਫਸਰਾਂ ਨਾਲ ਕਾਫੀ ਤੂੰ ਮੈਂ ਹੋਈ। ਉਹ ਗੱਡੀ ਚੜ੍ਹਨ ਦੀ ਥਾਂ ਸੜਕ ਦੇ ਰਸਤੇ ਪੈਦਲ ਚੱਲ ਕੇ ਕਲਕੱਤੇ ਜਾਣ ਲਈ ਬਾਜ਼ਿਦ ਸਨ। ਉਹਨਾਂ ਨੇ ਅਫਸਰਾਂ ਨੂੰ ਆਪਣਾ ਇਹ ਅੰਤਮ ਫੈਸਲਾ ਸੁਣਾ ਦਿੱਤਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲੈ ਕੇ ਕਲਕੱਤੇ ਜਾਣਗੇ ਅਤੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਗੁਰਦੁਆਰੇ ਵਿੱਚ ਬਿਰਾਜਮਾਨ ਕਰਕੇ ਆਪਣੀ ਮਰਜ਼ੀ ਨਾਲ ਪੰਜਾਬ ਜਾਣਗੇ। ਮੁਸਾਫਰ ਦੁਪਹਿਰੇ ਕੋਈ 2 ਵਜੇ ਜਹਾਜ਼ ਵਿੱਚੋਂ ਉਤਰੇ ਸਨ ਅਤੇ ਉਹਨਾਂ ਨੇ ਸਟੇਸ਼ਨ ਤੋਂ ਬਾਹਰ ਮੈਦਾਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਅਫਸਰ ਤੇ ਪੁਲਿਸ ਵਾਲੇ ਡੌਰ ਭੌਰ ਹੋਏ ਦੇਖਦੇ ਰਹੇ। ਅਖੀਰ 3-4 ਵਜੇ ਦੇ ਕਰੀਬ ਮੁਸਾਫਰਾਂ ਨੇ ਆਪਸੀ ਸਲਾਹ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਚੁੱਕੀ ਅਤੇ ਜਲੂਸ ਦੀ ਸ਼ਕਲ ਵਿੱਚ ਸ਼ਬਦ ਪੜ੍ਹਦਿਆਂ ਕਲਕੱਤੇ ਨੂੰ ਜਾਣ ਵਾਲੀ ਸੜਕ ਉੱਤੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ। ਅਫਸਰਾਂ ਨੇ ਅੱਗੇ ਹੋ ਕੇ ਘੇਰਿਆ, ਸਮਝਾਇਆ ਅਤੇ ਤਾੜਿਆ ਕਿ ਸਰਕਾਰ ਦਾ ਹੁਕਮ ਮੰਨੋ ਤੇ ਗੱਡੀ ਉੱਤੇ ਚੜ੍ਹ ਜਾਓ। ਪੁਲਿਸ ਨੇ ਦਬਾਅ ਪਾ ਕੇ 59 ਕੁ ਆਦਮੀਆਂ, ਜਿਨ੍ਹਾਂ ਵਿੱਚ ਇੱਕ ਔਰਤ ਤੇ 2 ਬੱਚੇ ਸਨ, ਨੂੰ ਜ਼ਬਰਦਸਤੀ ਗੱਡੀ ਵਿੱਚ ਚਾੜ ਲਿਆ। ਗੱਡੀ ਉਸੇ ਵੇਲੇ ਪੰਜਾਬ ਨੂੰ ਤੋਰ ਦਿੱਤੀ ਗਈ। ਬਾਕੀ 260 ਮੁਸਾਫਰ ਪੁਲਿਸ ਦਾ ਘੇਰਾ ਤੋੜ ਕੇ ਕਲਕੱਤੇ ਨੂੰ ਚੱਲ ਪਏ। ਜਦ ਮੁਸਾਫਰ ਸਟੇਸ਼ਨੋਂ ਨਿਕਲ ਤੁਰੇ ਤਾਂ ਅਫਸਰਾਂ ਨੇ ਜਲੂਸ ਨੂੰ ਅੱਗੇ ਹੋ ਕੇ ਰੋਕਿਆ। ਪੰਜਾਬ ਪੁਲਿਸ ਦਾ ਹੰਕਾਰਿਆ ਹੋਇਆ ਸੁਪਰਡੈਂਟ ਡੀ ਪੈਟਰੀ ਪਿਸਤੌਲ ਤਾਣ ਕੇ ਜਲੂਸ ਦੇ ਅੱਗੇ ਖੜਾ ਹੋ ਗਿਆ ਤੇ ਮੁਸਾਫਰਾਂ ਨੂੰ ਧਮਕਾਉਣ ਲੱਗਾ, ਪਰ ਮੁਸਾਫਰਾਂ ਨੇ ਡਰਨ ਦੀ ਥਾਂ ਆਪਣੀਆਂ ਛਾਤੀਆਂ ਨੰਗੀਆਂ ਕਰ ਲਈਆਂ ਅਤੇ ਪੁਲਿਸ ਨੂੰ ਗੋਲੀ ਚਲਾਉਣ ਲਈ ਵੰਗਾਰਿਆ। ਪੁਲਿਸ ਅਫਸਰਾਂ ਦਾ ਅਜਿਹੇ ਸਿਰ ਲੱਥਾਂ ਨਾਲ ਕਦੇ ਵਾਹ ਨਹੀਂ ਪਿਆ ਸੀ, ਇਸ ਕਰਕੇ ਉਹ ਠਠੰਬਰ ਗਏ। ਪੈਟਰੀ ਨੇ ਤਣਿਆ ਹੋਇਆ ਪਿਸਤੌਲ ਨੀਵਾਂ ਕਰ ਲਿਆ ਅਤੇ ਜਲੂਸ ਦੇ ਰਾਹ ਤੋਂ ਪਾਸੇ ਹਟ ਕੇ ਖਲੋ ਗਿਆ। ਇਸ ਤਰ੍ਹਾਂ ਜਲੂਸ ਰਮਾ ਰਮੀ ਕਲਕੱਤੇ ਨੂੰ ਤੁਰੀ ਗਿਆ। ਪੁਲਿਸ ਵਾਲੇ ਕੋਈ ਚਾਰਾ ਨਾ ਦੇਖ ਕੇ ਜਲੂਸ ਦੇ ਨਾਲੋਂ ਨਾਲ ਖਿੱਚੀ ਦੇ ਤੁਰੇ ਗਏ। ਅਫਸਰਾਂ ਨੇ ਤੱਦੀ ਨਾਲ ਕਲਕੱਤੇ ਤੋਂ ਪੁਲਿਸ ਦੀ ਹੋਰ ਕੁਮਕ ਬੁਲਾ ਲਈ। ਥੋੜੇ ਹੀ ਚਿਰ ਵਿੱਚ ਗੋਰਿਆਂ ਦੇ ਤੋਪਖਾਨੇ ਦੀਆਂ 2 ਪਲਟੂਨਾਂ ਪਹੁੰਚ ਗਈਆਂ ਅਤੇ ਸੁਪਰਡੈਂਟ ਈਸਟਵੁੱਡ 30 ਗੋਰੇ ਪੁਲਿਸੀਆਂ ਦੀ ਧਾੜ ਲੈ ਕੇ ਆ ਗਿਆ। ਸ਼ਾਮ ਦੇ ਕਰੀਬ 5 ਵੱਜ ਚੁੱਕੇ ਸਨ ਜਦੋਂ ਪੁਲਿਸ ਨੇ ਬਜ ਤੋਂ ਕੋਈ 4 ਕੁ ਮੀਲ ਉਰੇ ਕਲਕੱਤੇ ਵੱਲ ਜਲੂਸ ਨੂੰ ਅੱਗਿਓਂ ਘੇਰਾ ਪਾ ਲਿਆ ਅਤੇ ਮੁਸਾਫਰਾਂ ਨੂੰ ਪਛਾਂ ਬਜ ਮੁੜ ਜਾਣ ਦਾ ਹੁਕਮ ਸੁਣਾ ਦਿੱਤਾ। ਮੁਸਾਫਰਾਂ ਨੇ ਜਦ ਆਪਣੇ ਆਪ ਨੂੰ ਪੁਲਿਸ ਦੇ ਕਸਮੇ ਘੇਰੇ ਵਿੱਚ ਦੇਖਿਆ ਅਤੇ ਪਿੱਛੇ ਗੋਰਾ ਫੌਜ ਆਉਂਦੀ ਦੇਖੀ ਤਾਂ ਉਹਨਾਂ ਨੇ ਅਗਲੀ ਰਣਨੀਤੀ ਬਣਾਉਣ ਲਈ ਪਿੱਛੇ ਮੁੜਨਾ ਹੀ ਬਿਹਤਰ ਸਮਝਿਆ। ਸਾਰਾ ਦਿਨ ਪੁਲਿਸ ਨਾਲ ਚੱਲਦੀ ਰਹੀ। ਕਸ਼ਮਕਸ਼ ਨਾਲ ਮੁਸਾਫਰ ਜਿਸਮਾਨੀ ਤੇ ਮਾਨਸਿਕ ਤੌਰ ਤੇ ਥੱਕ ਟੁੱਟ ਚੁੱਕੇ ਸਨ। ਸਵੇਰ ਦਾ ਕੋਈ ਅੰਨ ਪਾਣੀ ਨਹੀਂ ਖਾਧਾ ਸੀ। ਭੁੱਖ ਤੇ ਪਿਆਸ ਨਾਲ ਬੇਹਾਲ ਹੋਏ ਮੁਸਾਫਰ ਬੁਝੇ ਮਨਾਂ ਨਾਲ ਵਾਪਸ ਮੁੜ ਰਹੇ ਸਨ। ਦਿਨ ਛਿਪੇ ਦੇ ਕਰੀਬ ਜਲੂਸ ਮੁੜ ਸਟੇਸ਼ਨ ਤੇ ਆ ਗਿਆ। ਕਈ ਮੁਸਾਫਰ ਦਾਲ ਆ ਕੇ ਰਾਹ ਵਿੱਚੋਂ ਹੀ ਖਿਸਕ ਗਏ ਸਨ। ਗੱਡੀ ਜਾ ਚੁੱਕੀ ਸੀ। ਅਫਸਰ ਦੂਸਰੀ ਗੱਡੀ ਦਾ ਇੰਤਜ਼ਾਮ ਕਰਨ ਦੀਆਂ ਸਲਾਹਾਂ ਕਰਨ ਲੱਗੇ। ਮੁਸਾਫਰ ਸਾਹ ਲੈਣ ਲਈ ਸਟੇਸ਼ਨ ਤੋਂ ਬਾਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੁੱਖ ਆਸਨ ਕਰਕੇ ਬੈਠ ਗਏ ਅਤੇ ਰੀਤ ਮੁਤਾਬਕ ਸ਼ਬਦ ਪੜ੍ਹਨ ਲੱਗ ਪਏ। 7 ਵਜੇ ਦੇ ਕਰੀਬ ਜਦ ਮੂੰਹ ਹਨੇਰਾ ਹੋਣ ਲੱਗਾ ਤਾਂ ਗੋਰਾ ਪੁਲਿਸ ਦਾ ਸੁਪਰਡੈਂਟ ਈਸਟਵੁੱਡ ਸਰਦਾਰ ਗੁਰਦਿੱਤ ਸਿੰਘ ਨੂੰ ਆਵਾਜ਼ਾਂ ਮਾਰਦਾ, ਡਾਂਗ ਘਮਾਉਂਦਾ ਧੁੱਸ ਦੇ ਕੇ ਦੀਵਾਨ ਵਿੱਚ ਆ ਵੜਿਆ। ਸਾਰੇ ਮੁਸਾਫਰ ਇੱਕਦਮ ਉੱਠ ਖੜੇ ਹੋਏ ਅਤੇ ਗੋਰੇ ਅਫਸਰ ਨੂੰ ਮੁਸਾਫਰਾਂ ਵਿੱਚ ਘਿਰਿਆ ਦੇਖ ਕੇ ਪੈਟਰੀ ਉਸ ਦੀ ਮਦਦ ਲਈ ਪਿਸਤੌਲ ਲੈ ਕੇ ਅੱਗੇ ਵਧਿਆ। ਇੱਕ ਮੁਸਾਫਰ ਭਾਈ ਟਹਿਲ ਸਿੰਘ ਰਾਣੀਵਾਲਾ ਅੰਮ੍ਰਿਤਸਰ ਨੇ ਚੀਤੇ ਵਰਗੀ ਫੁਰਤੀ ਨਾਲ ਝਪਟ ਮਾਰ ਕੇ ਈਸਟਵੁੱਡ ਦੇ ਹੱਥ ਵਿੱਚੋਂ ਡਾਂਗ ਖੋਹ ਲਈ। ਈਸਟਵੁੱਡ ਨੇ ਪਿਸਤੌਲ ਕੱਢ ਲਿਆ ਅਤੇ ਮੁਸਾਫਰਾਂ ਨੂੰ ਡਰਾਉਣ ਲਈ 2 ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ ਨਾਲ 2 ਸਿੰਘ ਜ਼ਖਮੀ ਹੋ ਗਏ। ਬਸ ਫੇਰ ਕੀ ਸੀ, ਮੁਸਾਫਰਾਂ ਵਿੱਚੋਂ ਵੀ ਕੁਝ ਅਣਖੀ ਸੂਰਮਿਆਂ ਨੇ ਆਪਣੇ ਲੁਕੋਏ ਹੋਏ ਪਿਸਤੌਲ ਕੱਢ ਲਏ ਅਤੇ ਮੋੜਵੀਂ ਗੋਲਾਬਾਰੀ ਸ਼ੁਰੂ ਕਰ ਦਿੱਤੀ। ਮੁਨਸ਼ਾ ਸਿੰਘ ਅੰਬਾਲਾ ਨੇ ਈਸਟਵੁੱਡ ਨੂੰ ਨਿਸ਼ਾਨਾ ਬਣਾ ਕੇ ਪਿਸਤੌਲ ਦਾ ਘੋੜਾ ਦੱਬ ਦਿੱਤਾ, ਜਿਸ ਨਾਲ ਗੋਰਾ ਅਫਸਰ ਥਾਂਏ ਢੇਰੀ ਹੋ ਗਿਆ। ਪੈਟਰੀ ਨੇ ਅੱਗੇ ਆਉਣ ਦੀ ਕੋਸ਼ਿਸ਼ ਕੀਤੀ, ਪਰ ਇੱਕ ਗੋਲੀ ਉਸ ਦੇ ਪੱਟ ਵਿੱਚ ਜਾ ਲੱਗੀ, ਜਿਸ ਨਾਲ ਉਹ ਲਹੂ ਲੁਹਾਨ ਹੋਇਆ ਜ਼ਮੀਨ ਉੱਤੇ ਡਿੱਗ ਪਿਆ। ਇਸ ਨਾਲ ਪੁਲਿਸ ਨੂੰ ਭਾਜੜਾਂ ਪੈ ਗਈਆਂ ਅਤੇ ਉਹ ਫੁਰਤੀ ਨਾਲ ਲਾਂਭੇ ਅੱਟ ਗਏ। ਫੌਜ ਪਹਿਲਾਂ ਹੀ ਜੰਗਲੇ ਤੋਂ ਪਾਰ ਪਲੇਟਫਾਰਮ ਉੱਤੇ ਰਫਲਾਂ ਤਾਣੀ ਖੜੀ ਸੀ। ਪੁਲਿਸ ਦੇ ਲਾਂਭੇ ਹੁੰਦਿਆਂ ਹੀ ਉਸ ਨੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਸਿੱਖ ਮੁਸਾਫਰ ਗੋਲੀ ਆਉਂਦੀ ਦੇਖ ਕੇ ਡਰੇ ਨਹੀਂ, ਸਗੋਂ ਆਪਣੀਆਂ ਜੁਝਾਰੂ ਰਵਾਇਤਾਂ ਅਨੁਸਾਰ ਉਹ ਖਾਲੀ ਹੱਥੀਂ ਪੁਲਿਸ ਨੂੰ ਟੁੱਟ ਕੇ ਪੈ ਗਏ
ਅਤੇ ਪੰਜਾਬ ਪੁਲਿਸ ਦੇ ਹੱਥਾਂ ਵਿੱਚੋਂ ਤਲਵਾਰਾਂ ਤੇ ਡਾਂਗਾਂ ਖੋਹ ਲਈਆਂ। ਉਹਨਾਂ ਨੇ ਕੁਝ ਚਿਰ ਪੁਲਿਸ ਦਾ ਚੰਗਾ ਮੱਕੂ ਬੰਨਿਆ, ਪਰ ਦੂਰੋਂ ਮਾਰ ਕਰ ਰਹੀ ਫੌਜ ਨੇ ਮੁਸਾਫਰਾਂ ਦਾ ਬਹੁਤ ਨੁਕਸਾਨ ਕੀਤਾ। ਇਸ ਖੂਨੀ ਭੇੜ ਵਿੱਚ ਭਾਵੇਂ 16 ਸਿੱਖ ਮੁਸਾਫਰ ਸ਼ਹੀਦ ਅਤੇ 2 ਦਰਜਨ ਤੋਂ ਵੱਧ ਜ਼ਖਮੀ ਹੋ ਗਏ, ਪਰ ਸਿੰਘਾਂ ਨੇ ਵੀ ਪੁਲਿਸ ਦੇ 2 ਅਫਸਰ ਫੁੰਡ ਦਿੱਤੇ ਅਤੇ 11 6 ਗੋਰੇ ਤੇ 5 ਪੰਜਾਬੀ ਅਫਸਰ ਤੇ ਸਿਪਾਹੀ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤੇ। ਮੁਸਾਫਰਾਂ ਦੀ ਦੀਦਾ ਦਲੇਰੀ ਦੇਖੋ ਕਿ ਵਰਦੀਆਂ ਗੋਲੀਆਂ ਵਿੱਚ ਤਕਰੀਬਨ 60 ਦੇ ਕਰੀਬ ਮੁਸਾਫਰਾਂ ਨੇ ਪੁਲਿਸ ਤੇ ਫੌਜ ਦੇ ਘੇਰੇ ਵਿੱਚੋਂ ਨਿਕਲ ਕੇ ਰਾਤੋਂ ਰਾਤ ਹੁਗਲੀ ਵਰਗਾ ਚੌੜਾ ਤੇ ਡੂੰਘਾ ਦਰਿਆ ਪਾਰ ਕਰ ਲਿਆ ਅਤੇ ਉਹ ਭੁੱਖੇ ਤੇ ਹਾਏ ਪੈਦਲ ਚੱਲ ਕੇ ਹਾਵੜਾ, ਮਿਦਨਾਪੁਰ, ਬਰਦਮਾ, ਹੁਗਲੀ ਤੇ ਬੰਕੂਰਾ ਆਦਿ ਜ਼ਿਲ੍ਹਿਆਂ ਤੱਕ ਜਾ ਪਹੁੰਚੇ। ਸਰਦਾਰ ਗੁਰਦਿੱਤ ਸਿੰਘ ਵੀ ਪੁਲਿਸ ਦੇ ਘੇਰੇ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਗਏ ਸਨ। ਅਗਲਾ ਦਿਨ ਚੜ੍ਹਦਿਆਂ ਹੀ ਪੁਲਿਸ ਨੇ ਕਲਕੱਤਾ ਅਤੇ ਇਸ ਦੇ ਨਾਲ ਲੱਗਵੇਂ ਜ਼ਿਲ੍ਹਿਆਂ ਵਿੱਚ ਤਲਾਸ਼ੀ ਮੁਹਿੰਮ ਚਲਾ ਕੇ ਕਾਫੀ ਸਾਰੇ ਮੁਸਾਫਰਾਂ ਨੂੰ ਮੁੜ ਗ੍ਰਿਫਤਾਰ ਕਰ ਲਿਆ ਸੀ। ਅਖੀਰ ਵਿੱਚ ਕੁੱਲ 202 ਮੁਸਾਫਰਾਂ ਨੂੰ ਇਨਗ੍ਰੈਸ ਇਨਟੂ ਇੰਡੀਆ ਆਰਡੀਨੈਂਸ ਦੇ ਅਧੀਨ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ। ਸਰਦਾਰ ਗੁਰਦਿੱਤ ਸਿੰਘ, ਭਾਈ ਗੁਰਮੁਖ ਸਿੰਘ ਲਲਤੋਂ ਅਤੇ ਹੋਰ ਬਹੁਤ ਸਾਰੇ ਸਿੰਘ ਪੁਲਿਸ ਤੇ ਫੌਜ ਦੇ ਘੇਰੇ ਵਿੱਚੋਂ ਨਿਕਲ ਕੇ ਰੂਪੋਸ਼ ਹੋ ਗਏ। ਹੋਰਨਾਂ ਜਹਾਜ਼ਾਂ ਦੀ ਆਮਦ। ਬੱਜ-ਬੱਜ ਘਾਟ ਦੇ ਸਾਕੇ ਤੋਂ ਬਾਅਦ ਸਰਕਾਰ ਬਾਹਰੋਂ ਆਉਣ ਵਾਲੇ ਦੂਸਰੇ ਜਹਾਜ਼ਾਂ ਬਾਰੇ ਹੋਰ ਵੱਧ ਚੌਕੰਨੀ ਹੋ ਗਈ ਸੀ। ਆਉਣ ਵਾਲੇ ਮੁਸਾਫਰਾਂ ਦੀ ਪਛਾਣ ਤੇ ਪੁੱਛਗਿੱਛ ਕਰਨ ਲਈ ਪੰਜਾਬ ਤੋਂ ਪੁਲਿਸ ਤੇ CID ਦੇ ਅਫਸਰਾਂ ਨੂੰ ਕਲਕੱਤੇ ਦੀ ਬੰਦਰਗਾਹ ਉੱਤੇ ਉਚੇਚਾ ਤੈਨਾਤ ਕੀਤਾ ਗਿਆ ਸੀ। ਕਾਮਾਗਾਟਾ ਮਾਰੂ ਤੋਂ ਬਾਅਦ ਗਦਰੀਆਂ ਨੂੰ ਲੈ ਕੇ ਸਭ ਤੋਂ ਪਹਿਲਾ ਜਹਾਜ਼ 12 ਅਕਤੂਬਰ 1914 ਨੂੰ ਕਲਕੱਤੇ ਪੁੱਜਾ। ਇਸ ਤੋਂ ਅਗਲੇ ਦਿਨ ਨਾਮਸਾਂਗ ਨਾਂ ਦਾ ਜਹਾਜ਼ ਕਲਕੱਤੇ ਪਹੁੰਚਿਆ, ਜਿਸ ਵਿੱਚ ਅਮਰੀਕਾ ਤੋਂ ਗਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਤੋਂ ਇਲਾਵਾ ਕੈਨੇਡਾ ਤੋਂ ਭਾਈ ਜਵੰਦ ਸਿੰਘ ਨੰਗਲ, ਭਾਈ ਵੀਰ ਸਿੰਘ ਬਾਹੋਵਾਲ ਅਤੇ 80 ਦੇ ਲਗਭਗ ਹੋਰ ਇਨਕਲਾਬੀ ਸਨ। ਇਨ੍ਹਾਂ ਜਹਾਜ਼ਾਂ ਨੂੰ ਕਲਕੱਤੇ ਰੋਕ ਕੇ ਸਾਰੇ ਮੁਸਾਫਰਾਂ ਦੇ ਨਾਵਾਂ ਦੀ ਛਾਣਬੀਣ ਕੀਤੀ ਗਈ। ਉਹਨਾਂ ਦੇ ਪਿੰਡਾਂ ਦੇ ਨਾਂ ਅਤੇ ਉਹਨਾਂ ਦੇ ਰਾਜਸੀ ਰੁਝਾਨ ਤੇ ਸਰਗਰਮੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਕੱਲੇ-ਕੱਲੇ ਦਾ ਸਮਾਨ ਫਰੋਲਿਆ ਗਿਆ ਅਤੇ ਜਾਮਾਂ ਤਲਾਸ਼ੀਆਂ ਲਈਆਂ ਗਈਆਂ। ਬਾਬਾ ਸੋਹਣ ਸਿੰਘ ਭਕਨਾ ਤੇ ਉਹਨਾਂ ਦੇ ਹੋਰ 2 ਸਾਥੀਆਂ ਨੂੰ ਗ੍ਰਿਫਤਾਰ ਕਰਕੇ ਪੁੱਛ ਪੜਤਾਲ ਕਰਨ ਲਈ ਲੁਧਿਆਣੇ ਲਿਜਾਇਆ ਗਿਆ। ਕੁਝ ਹੋਰਨਾਂ ਨੂੰ ਛਾਂਟ ਕੇ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ। ਨਾਮਸਾਂਗ ਤੋਂ ਥੋੜੇ ਹੀ ਦਿਨਾਂ ਬਾਅਦ ਹਾਂਗਕਾਂਗ ਤੋਂ ਤੋਸ਼ਾ ਮਾਰੂ ਤੇ ਮਸ਼ੀਮਾ ਮਾਰੂ ਦੇ ਨਾਵਾਂ ਹੇਠ 2 ਜਹਾਜ਼ ਇਕੱਠੇ ਤੁਰੇ, ਜਿਨ੍ਹਾਂ ਵਿੱਚ ਗਦਰ ਪਾਰਟੀ ਦੇ ਮੁੱਖ ਲੀਡਰ ਸਵਾਰ ਸਨ। ਤੋਸ਼ਾ ਮਾਰੂ ਨੇ ਕਲਕੱਤੇ ਤੇ ਮਸ਼ੀਮਾ ਮਾਰੂ ਨੇ ਕੋਲੰਬੋ ਜਾਣਾ ਸੀ। ਤੋਸ਼ਾ ਮਾਰੂ ਵਿੱਚ ਭਾਈ ਕੇਸਰ ਸਿੰਘ ਠੱਠਗੜ੍ਹ, ਭਾਈ ਰੂੜ ਸਿੰਘ ਚੂੜਚੱਕ, ਭਾਈ ਸ਼ੇਰ ਸਿੰਘ ਵੇਈਂ-ਪੁਈ, ਭਾਈ ਈਸ਼ਰ ਸਿੰਘ ਮਰਹਾਣਾ ਸਮੇਤ ਬਹੁਤ ਸਾਰੇ ਅਹਿਮ ਗਦਰੀ ਸਨ। ਮਸ਼ੀਮਾ ਮਾਰੂ ਵਿੱਚ ਭਾਈ ਨਿਧਾਨ ਸਿੰਘ ਚੁੱਗਾ, ਭਾਈ ਗਾਂਧਾ ਸਿੰਘ ਕੱਚਰ ਭੰਨ ਤੇ ਭਾਈ ਹਰਨਾਮ ਸਿੰਘ ਕੋਟਲਾ ਆਦਿ ਸਵਾਰ ਸਨ। ਇਹ ਦੋਨੋਂ ਜਹਾਜ਼ ਅੱਗੜ ਪਿਛੜ ਚੱਲਦੇ ਹੋਏ ਪਿਨਾਂਗ ਜਾ ਪਹੁੰਚੇ। ਉੱਥੇ ਨਾਮਸਾਂਗ ਵਾਂਗੂ ਹੀ ਇਹਨਾਂ ਜਹਾਜ਼ਾਂ ਨੂੰ ਵੀ ਕਈ ਦਿਨਾਂ ਤੱਕ ਬਿਨਾਂ ਵਜ੍ਹਾ ਰੋਕੀ ਰੱਖਿਆ। ਇਸੇ ਦੌਰਾਨ ਮੁਸਾਫਰਾਂ ਨੂੰ ਬੱਜ-ਬੱਜ ਘਾਟ ਦੇ ਖੂਨੀ ਕਾਂਡ ਦੀ ਖਬਰ ਮਿਲ ਗਈ, ਜਿਸ ਨਾਲ ਉਹਨਾਂ ਅੰਦਰ ਅੰਤਾਂ ਦਾ ਰੋਹ ਤੇ ਗੁੱਸਾ ਭੜਕ ਪਿਆ। ਬਾਅਦ ਵਿੱਚ ਜਾ ਕੇ ਵਾਅਦਾ ਮੁਆਫ ਗਵਾਹ ਬਣੇ ਨਵਾਬ ਖਾਨ, ਜਿਹੜਾ ਉਸ ਵੇਲੇ ਗਦਰੀਆਂ ਨਾਲ ਪਿਨਾਂਗ ਵਿੱਚ ਹੀ ਸੀ, ਤੇ ਦੱਸਣ ਅਨੁਸਾਰ ਬੱਜ-ਬੱਜ ਘਾਟ ਦੇ ਖੂਨੀ ਸਾਕੇ ਦੀ ਖਬਰ ਨੇ ਗਦਰੀਆਂ ਨੂੰ ਇੰਨਾ ਰੋਹ ਚਾੜ ਦਿੱਤਾ ਸੀ ਕਿ ਗੁੱਸੇ ਦੀ ਮਨੋ ਅਵਸਥਾ ਵਿੱਚ ਉਹਨਾਂ ਦੇ ਮਨਾਂ ਅੰਦਰ ਪਿਨਾਂਗ ਵਿੱਚ ਗਦਰ ਮਚਾ ਦੇਣ ਦਾ ਫੁਰਨਾ ਆਇਆ। ਉਹਨਾਂ ਨੇ ਪਿਨਾਂਗ ਵਿੱਚ ਤੈਨਾਤ ਕੀਤੇ ਭਾਰਤੀ ਫੌਜ ਦੇ ਸਿੱਖ ਸਿਪਾਹੀਆਂ ਨਾਲ ਤਾਲਮੇਲ ਕੀਤਾ ਅਤੇ ਉਹਨਾਂ ਨੂੰ ਗਦਰ ਵਿੱਚ ਮਦਦ ਦੇਣ ਲਈ ਕਿਹਾ। ਇਸ ਦੇ ਨਾਲ ਹੀ ਸ਼ਹਿਰ ਵਿੱਚ ਅਸਲੇ ਦੀਆਂ ਦੁਕਾਨਾਂ ਦੀ ਨਿਸ਼ਾਨਦੇਹੀ ਕਰਨ ਤੇ ਇਹਨਾਂ ਨੂੰ ਲੁੱਟਣ ਦੀ ਪਲਾਨ ਬਣਾਈ। ਪੁਲਿਸ ਦੇ ਥਾਣਿਆਂ ਵਿੱਚੋਂ ਅਸਲਾ ਲੁੱਟਣ ਬਾਰੇ ਵੀ ਵਿਚਾਰਾਂ ਹੋਈਆਂ। ਮੁਸਾਫਰਾਂ ਨੇ ਇਹਨਾਂ ਤਜਵੀਜ਼ਾਂ ਉੱਤੇ ਵਿਚਾਰ ਕਰਨ ਲਈ ਗੁਰਦੁਆਰੇ ਵਿੱਚ ਇਕੱਠੇ ਹੋਣ ਦਾ ਯਤਨ ਕੀਤਾ, ਪਰ ਪ੍ਰਸ਼ਾਸਨ ਨੇ ਚੌਕਸੀ ਵਜੋਂ ਪਹਿਲਾਂ ਹੀ ਗੁਰਦੁਆਰੇ ਦੁਆਲੇ ਹਥਿਆਰਬੰਦ ਗਾਰਡ ਤੈਨਾਤ ਕਰ ਦਿੱਤੇ ਸਨ,
ਜਿਨ੍ਹਾਂ ਨੇ ਮੁਸਾਫਰਾਂ ਨੂੰ ਗੁਰਦੁਆਰੇ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ। ਅਗਲੇ ਦਿਨ ਗਦਰੀ ਆਗੂਆਂ ਦਾ ਵਫਦ ਪਿਨਾਗ ਦੇ ਗਵਰਨਰ ਨੂੰ ਮਿਲਿਆ ਅਤੇ ਜਹਾਜ਼ ਨੂੰ ਬਿਨਾਂ ਵਜ੍ਹਾ ਰੋਕੀ ਰੱਖਣ ਉੱਤੇ ਸਖਤ ਨਾਰਾਜ਼ਗੀ ਦਿਖਾਈ। ਮੁਸਾਫਰਾਂ ਦੇ ਦਬਾਅ ਪਾਉਣ ਤੇ ਜਹਾਜ਼ ਨੂੰ ਤੋਰਨ ਦੀ ਪ੍ਰਵਾਨਗੀ ਮਿਲ ਗਈ। ਇੱਥੋਂ ਚੱਲ ਕੇ ਤੋਸ਼ਾ ਮਾਰੂ ਰੰਗੂਨ ਦੇ ਘਾਟ ਉੱਤੇ ਰੁਕਿਆ, ਜਿੱਥੇ ਫਿਰ ਗਦਰੀ ਆਗੂਆਂ ਨੇ ਗੁਰਦੁਆਰੇ ਵਿੱਚ ਇਕੱਠੇ ਹੋਣ ਅਤੇ ਫੌਜ ਦੇ ਸਿੱਖ ਜਵਾਨਾਂ ਨਾਲ ਰਾਬਤਾ ਬਣਾਉਣ ਦਾ ਯਤਨ ਕੀਤਾ, ਪਰ ਸਥਾਨਕ ਪ੍ਰਸ਼ਾਸਨ ਨੇ ਇਸ ਦੀ ਇਜਾਜ਼ਤ ਨਾ ਦਿੱਤੀ। 29 ਅਕਤੂਬਰ ਨੂੰ ਤੋਸ਼ਾ ਮਾਰੂ ਕਲਕੱਤੇ ਦੇ ਘਾਟ ਤੇ ਜਾ ਲੱਗਿਆ। ਇਸ ਵਿੱਚ ਗਦਰ ਪਾਰਟੀ ਦੇ ਮੁਖੀ ਆਗੂਆਂ ਸਮੇਤ 250 ਦੇ ਕਰੀਬ ਮੁਸਾਫਰ ਸਨ। ਇਸ ਜਹਾਜ਼ ਦੇ ਹਾਂਗਕਾਂਗ ਤੋਂ ਚੱਲਣ ਵੇਲੇ ਅਧਿਕਾਰੀਆਂ ਨੇ ਮੁਸਾਫਰਾਂ ਦੀ ਸੂਚੀ ਦੇ ਨਾਲ ਹੀ ਉਹਨਾਂ ਦੇ ਰਵੱਈਏ ਬਾਰੇ ਸ਼ਿਕਾਇਤਨੁਮਾ ਟਿੱਪਣੀ ਕੀਤੀ ਹੋਈ ਸੀ। ਇਸ ਤੋਂ ਬਾਅਦ ਜਦੋਂ ਇਹ ਜਹਾਜ਼ ਰੰਗੂਨ ਪੁੱਜਾ ਤਾਂ ਉੱਥੋਂ ਵੀ ਇਸ ਦੇ ਮੁਸਾਫਰਾਂ ਦੇ ਖਤਰਨਾਕ ਇਰਾਦਿਆਂ ਨੂੰ ਦਰਸਾਉਂਦੀ ਤਾਰ ਕਲਕੱਤੇ ਪਹੁੰਚੀ ਸੀ। ਇਸ ਕਰਕੇ ਜਹਾਜ਼ ਦੇ ਕਲਕੱਤੇ ਪਹੁੰਚਣ ਤੋਂ ਪਹਿਲਾਂ ਹੀ ਅਧਿਕਾਰੀਆਂ ਨੇ ਘਾਟ ਉੱਤੇ ਫੌਜ ਤੇ ਪੁਲਿਸ ਤਾਇਨਾਤ ਕਰਨ ਅਤੇ ਮੁਸਾਫਰਾਂ ਨੂੰ ਰੇਲ ਗੱਡੀ ਰਾਹੀਂ ਸਿੱਧੇ ਪੰਜਾਬ ਲੈ ਜਾਣ ਦਾ ਫੈਸਲਾ ਕਰ ਲਿਆ ਸੀ। ਜਹਾਜ਼ ਅਜੇ ਘਾਟ ਤੋਂ 6 ਮੀਲ ਦੂਰ ਸੀ ਜਦੋਂ ਪੰਚਪਾੜਾ ਨਾਂ ਦੇ ਸਥਾਨ ਤੇ ਇੱਕ ਕਸਟਮ ਅਧਿਕਾਰੀ ਅਤੇ ਡਾਕਟਰ ਦੇ ਭੇਸ ਵਿੱਚ ਪੁਲਿਸ ਦਾ ਸਬ ਇੰਸਪੈਕਟਰ ਜਹਾਜ਼ ਵਿੱਚ ਚੜ੍ਹ ਗਿਆ ਸੀ। ਇਸ ਤਰ੍ਹਾਂ ਜਹਾਜ਼ ਦੇ ਘਾਟ ਤੇ ਲੱਗਣ ਤੋਂ ਪਹਿਲਾਂ ਹੀ ਮੁਸਾਫਰਾਂ ਦੇ ਸਮਾਨ ਦੀ ਤਲਾਸ਼ੀ ਲਈ ਗਈ। ਫਿਰ ਮੁਸਾਫਰਾਂ ਨੂੰ 20-20 ਦੀਆਂ ਟੋਲੀਆਂ ਵਿੱਚ ਜਹਾਜ਼ ਤੋਂ ਉਤਾਰਿਆ ਗਿਆ। ਉਹਨਾਂ ਦੀਆਂ ਜਾਮਾਂ ਤਲਾਸ਼ੀਆਂ ਲਈਆਂ ਗਈਆਂ ਅਤੇ ਸਾਰਿਆਂ ਦੇ ਨਾਵਾਂ, ਪਿੰਡਾਂ ਤੇ ਅਤੀਤ ਬਾਰੇ ਭਰਵੀਂ ਪੁੱਛ-ਗਿੱਛ ਕੀਤੀ ਗਈ। ਇਸ ਆਧਾਰ ਤੇ ਉਹਨਾਂ ਨੂੰ ਮੋਟੇ ਤੌਰ ਤੇ 3 ਵਰਗਾਂ ਵਿੱਚ ਵੰਡਿਆ ਗਿਆ। 79 ਮੁਸਾਫਰਾਂ ਨੂੰ ਖਤਰਨਾਕ ਕਰਾਰ ਦਿੱਤਾ ਗਿਆ ਅਤੇ ਉਹਨਾਂ ਨੂੰ ਪੁਲਿਸ ਦੇ ਪਹਿਰੇ ਹੇਠ ਪੰਜਾਬ ਲੈ ਜਾਣ ਦਾ ਨਿਰਣਾ ਹੋਇਆ। 100 ਵਿਅਕਤੀਆਂ ਨੂੰ ਘੱਟ ਖਤਰਨਾਕ ਪਰੰਤੂ ਅਣਚਾਹੇ ਕਰਾਰ ਦਿੱਤਾ ਗਿਆ ਅਤੇ ਇਹਨਾਂ ਨੂੰ ਵਿਸ਼ੇਸ਼ ਗੱਡੀ ਰਾਹੀਂ ਪੰਜਾਬ ਲਿਜਾ ਕੇ ਛੱਡ ਦੇਣ ਦਾ ਫੈਸਲਾ ਹੋਇਆ। 67 ਮੁਸਾਫਰਾਂ ਨੂੰ ਬੇਕਸੂਰ ਸਮਝ ਕੇ ਖੁੱਲ੍ਹੇ ਛੱਡ ਦਿੱਤਾ ਗਿਆ। ਅਲੱਗ ਛਾਂਟੇ 179 ਮੁਸਾਫਰਾਂ ਨੂੰ ਕਲਕੱਤਿਓਂ ਰੇਲ ਗੱਡੀ ਵਿੱਚ ਚਾੜ੍ਹ ਕੇ ਪੰਜਾਬ ਪੁਲਿਸ ਦੇ ਇੱਕ ਬਰਤਾਨਵੀ ਤੇ ਇੱਕ ਭਾਰਤੀ ਅਫਸਰ ਸਮੇਤ ਢਾਕਾ ਮਿਲਟਰੀ ਪੁਲਿਸ ਦੇ 100 ਜਵਾਨਾਂ ਦੇ ਪਹਿਰੇ ਹੇਠ ਰਾਏਵਿੰਡ ਲਿਜਾਇਆ ਗਿਆ। ਇਹ ਰੇਲਵੇ ਸਟੇਸ਼ਨ ਲਾਹੌਰ ਤੋਂ 40 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਹੈ। 31 ਅਕਤੂਬਰ ਨੂੰ ਜਦ ਇਹ ਗੱਡੀ ਰਾਏਵਿੰਡ ਜਾ ਲੱਗੀ ਤਾਂ ਉੱਥੇ ਪੰਜਾਬ ਦੀ CID ਦਾ ਇੱਕ ਅਫਸਰ ਨਜ਼ਰਬੰਦ ਕਰਨ ਦੇ ਵਾਰੰਟ ਲੈ ਕੇ ਤਿਆਰ ਖੜਾ ਸੀ। ਅਡਵਾਇਰ ਦੇ ਹੁਕਮ ਅਧੀਨ ਵਾਰੰਟਾਂ ਦੀ ਸੂਚੀ ਵਿੱਚ ਮੌਕੇ ਤੇ ਹੀ 100 ਗਦਰੀਆਂ, ਜਿਨ੍ਹਾਂ ਦਾ ਰਵੱਈਆ ਜ਼ਿਆਦਾ ਖਤਰਨਾਕ ਜਾਪਿਆ, ਦੇ ਨਾਂ ਸ਼ਾਮਲ ਕਰ ਲਏ ਗਏ ਅਤੇ ਉਹਨਾਂ ਨੂੰ ਮੁਲਤਾਨ ਤੇ ਮਿੰਟ ਗੁਮਰੀ ਦੀਆਂ ਜੇਲ੍ਹਾਂ ਵਿੱਚ ਭੇਜਿਆ ਗਿਆ। ਬਾਕੀਆਂ ਨੂੰ ਆਪੋ ਆਪਣੇ ਪਿੰਡਾਂ ਦੀ ਜੂਹ ਵਿੱਚ ਰਹਿਣ ਦੇ ਹੁਕਮ ਦੇ ਕੇ ਛੱਡ ਦਿੱਤਾ ਗਿਆ। ਉਧਰ ਮਸ਼ੀਮਾ ਮਾਰੂ 25 ਅਕਤੂਬਰ ਨੂੰ ਕਲੰਬੋ ਜਾ ਲੱਗਾ। ਉਸ ਵਿੱਚ ਸਵਾਰ ਗਦਰੀ ਕਲੰਬੋ ਤੋਂ ਮਦਰਾਸ ਹੁੰਦੇ ਹੋਏ ਪੰਜਾਬ ਜਾ ਪਹੁੰਚੇ। ਭਾਈ ਨਿਧਾਨ ਸਿੰਘ ਚੁੱਗਾ ਆਪਣੇ ਜਥੇ ਦੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਮਦਰਾਸ ਤੋਂ ਸ੍ਰੀ ਹਜੂਰ ਸਾਹਿਬ ਚਲੇ ਗਏ ਅਤੇ ਉੱਥੇ ਕੁਝ ਦਿਨ ਦਰਸ਼ਨ ਦੀਦਾਰ ਕਰਨ ਤੋਂ ਬਾਅਦ ਪੰਜਾਬ ਪਹੁੰਚੇ। ਇਸ ਉਪਰੰਤ ਇੱਕ ਇੱਕ ਕਰਕੇ ਜਹਾਜ਼ ਕਲਕੱਤੇ ਆਉਂਦੇ ਰਹੇ ਅਤੇ ਉਹਨਾਂ ਦੇ ਮੁਸਾਫਰਾਂ ਨਾਲ ਇਹੀ ਵਰਤਾਓ ਹੁੰਦਾ ਰਿਹਾ। ਕੁਝ ਨੂੰ ਜੇਲ੍ਹੀਂ ਡੱਕ ਦਿੱਤਾ ਗਿਆ, ਕੁਝ ਪਿੰਡਾਂ ਦੀਆਂ ਜੂਹਾਂ ਅੰਦਰ ਬੰਦ ਕੀਤੇ ਗਏ ਅਤੇ ਜਿਨ੍ਹਾਂ ਦੇ ਖਿਲਾਫ ਕੋਈ ਸਬੂਤ ਨਹੀਂ ਸਨ ਉਹਨਾਂ ਨੂੰ ਛੱਡ ਦਿੱਤਾ ਗਿਆ। ਲਾਰਡ ਹਾਰਡਿੰਗ ਆਪਣੀ ਕਿਤਾਬ ਮਾਈ ਇੰਡੀਅਨ ਅਜ਼ੀਅਰਜ਼ ਵਿੱਚ ਲਿਖਦਾ ਹੈ, ਉਡਵਾਇਰ ਦੀ ਦਰਖਾਸਤ ਉੱਤੇ ਮੈਂ 300 ਤੋਂ ਵੱਧ ਸਿੱਖ ਇਨਕਲਾਬੀਆਂ ਨੂੰ ਬੰਗਾਲ ਦੇ 1818 ਵਾਲੇ ਤੀਜੇ ਰੈਗੂਲੇਸ਼ਨ ਹੇਠ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਬੰਦ ਕਰਨ ਤੇ ਇਸ ਤੋਂ ਕਿਤੇ ਵੱਧ ਨੂੰ ਪੁਲਿਸ ਦੀ ਨਿਗਰਾਨੀ ਹੇਠ ਰੱਖਣ ਦੇ ਅਖਤਿਆਰ ਦਿੱਤੇ। ਅੰਗਰੇਜ਼ੀ ਸਾਮਰਾਜ ਵੱਲੋਂ ਇਸ ਨੂੰ ਸਿੱਖਾਂ ਦੀ ਲਹਿਰ ਸਮਝ ਕੇ ਕਈ ਹਿੰਦੂ, ਮੁਸਲਮਾਨ ਤੇ ਮੋਨੇ ਗਦਰੀ ਛੱਡ ਦਿੱਤੇ ਜਾਂਦੇ ਰਹੇ ਤੇ ਬਾਹਲਾ ਕੇਸਾਂ ਵਾਲਿਆਂ ਨੂੰ ਹੀ ਡੱਕਿਆ ਜਾਂਦਾ ਰਿਹਾ। ਇਸ ਤਰ੍ਹਾਂ ਸ੍ਰੀ ਪਰਮਾਨੰਦ ਝਾਂਸੀ, ਪੰਡਤ ਜਗਤ ਰਾਮ ਤੇ ਭਾਈ ਪਿਰਥੀ ਸਿੰਘ ਲਾਲੜੂ ਕਲਕੱਤਿਓਂ ਲੁਧਿਆਣੇ ਨੂੰ ਗੱਡੀ ਉੱਤੇ ਰਾਹ ਵਿੱਚ ਹੀ ਉਤਰ ਗਏ ਤੇ ਗਾਰਦ ਨੇ ਗੈਰ ਸਿੱਖ ਸਮਝ ਕੇ ਇਸ ਗੱਲ ਨੂੰ ਨਾ ਗੌਲਿਆ।
ਪੰਡਤ ਕਾਂਸ਼ੀ ਰਾਮ ਮੜੌਲੀ ਤੇ ਪੰਡਤ ਰਾਮ ਰੱਖਾ 12 ਨਵੰਬਰ ਨੂੰ ਲਾਮਾ ਜਹਾਜ਼ ਵਿੱਚੋਂ ਕਲਕੱਤੇ ਉਤਰੇ ਅਤੇ ਬਿਨਾਂ ਕਿਸੇ ਰੋਕ ਟੋਕ ਤੋਂ ਪੰਜਾਬ ਜਾਣ ਵਿੱਚ ਸਫਲ ਹੋ ਗਏ। ਇਸ ਤਰ੍ਹਾਂ ਵਿਸ਼ਨੂੰ ਗਣੇਸ਼ ਪਿਗਲੇ ਵੀ ਸਲਾਮਤ ਜਹਾਜ਼ ਰਾਹੀਂ 20 ਨਵੰਬਰ ਨੂੰ ਕਲਕੱਤੇ ਜਾ ਉਤਰਿਆ ਸੀ। ਭਾਈ ਗੁੱਜਰ ਸਿੰਘ ਭਕਨਾ, ਭਾਈ ਪ੍ਰੇਮ ਸਿੰਘ ਤੇ ਭਾਈ ਜਗਤ ਸਿੰਘ ਸੁਰ ਸਿੰਘੀਏ ਵੀ ਪੁਲਿਸ ਨੂੰ ਚਕਮਾ ਦੇਣ ਵਿੱਚ ਸਫਲ ਹੋ ਗਏ ਸਨ। ਬਾਬਾ ਵਿਸਾਖਾ ਸਿੰਘ ਕਟਾਨੂ ਮਾਰੂ ਰਾਹੀਂ 7 ਜਨਵਰੀ ਨੂੰ ਕਲੰਬੋ ਉਤਰੇ ਅਤੇ ਭਾਈ ਕਰਤਾਰ ਸਿੰਘ ਸਰਾਭਾ ਵਾਂਗੂ ਧੁਨਸ਼ਕੋੜੀ ਤੋਂ ਰੇਲ ਗੱਡੀ ਲੈ ਕੇ ਅੰਮ੍ਰਿਤਸਰ ਪਹੁੰਚ ਗਏ। ਇਸ ਤਰ੍ਹਾਂ ਭਾਵੇਂ ਕਿ ਗਦਰ ਪਾਰਟੀ ਦੇ ਬਹੁਤ ਸਾਰੇ ਮੁੱਖ ਆਗੂ ਤੇ ਵਰਕਰ ਜਹਾਜ਼ਾਂ ਤੋਂ ਉਤਰਦਿਆਂ ਹੀ ਪੁਲਿਸ ਦੀ ਕੁੜਕੀ ਵਿੱਚ ਆ ਗਏ ਸਨ, ਪਰ 1000 ਦੇ ਕਰੀਬ ਗਦਰੀ ਫਿਰ ਵੀ ਪੁਲਿਸ ਦੀਆਂ ਨਿਗਾਹਾਂ ਤੋਂ ਬਚ ਕੇ ਪੰਜਾਬ ਪਹੁੰਚਣ ਵਿੱਚ ਸਫਲ ਹੋ ਗਏ ਸਨ। ਅੰਗਰੇਜ਼ ਸਰਕਾਰ ਨੇ ਵਿਅਕਤੀਆਂ ਨਾਲੋਂ ਵੀ ਵੱਧ ਹਥਿਆਰਾਂ ਦੀ ਆਮਦ ਰੋਕਣ ਲਈ ਪੂਰੀ ਵਾਹ ਲਾ ਦਿੱਤੀ ਸੀ। ਹਾਂਗਕਾਂਗ ਤੋਂ ਹੀ ਸਾਰੇ ਜਹਾਜ਼ਾਂ ਦੀਆਂ ਭਰਵੀਆਂ ਤਲਾਸ਼ੀਆਂ ਸ਼ੁਰੂ ਹੋ ਜਾਂਦੀਆਂ ਸਨ। ਰਸਤੇ ਵਿੱਚ ਸਿੰਗਾਪੁਰ, ਪਿਨਾਗ ਤੇ ਰੰਗੂਨ ਵਿੱਚ ਵੀ ਜ਼ਰਾ ਸ਼ੱਕ ਪੈਣ ਤੇ ਸਮਾਨ ਫਰੋਲਿਆ ਜਾਂਦਾ ਅਤੇ ਜੇਕਰ ਕੋਈ ਹਥਿਆਰ ਜਾਂ ਗੋਲੀ ਸਿੱਕਾ ਹੱਥ ਲੱਗਦਾ ਉਸ ਨੂੰ ਝੱਟ ਜ਼ਬਤ ਕਰ ਲਿਆ ਜਾਂਦਾ ਸੀ। ਕਲਕੱਤੇ ਦੇ ਘਾਟ ਉੱਤੇ ਤਾਂ ਸਮਾਨ ਦਾ ਤੀਲਾ ਤੀਲਾ ਫਰੋਲਿਆ ਜਾਂਦਾ, ਪਰ ਇਸ ਸਾਰੇ ਕੁਝ ਦੇ ਬਾਵਜੂਦ ਕੁਝ ਜੁਗਤੀ ਗਦਰੀ ਫਿਰ ਵੀ ਥੋੜੇ ਬਹੁਤ ਹਥਿਆਰ ਲੁਕੋ ਕੇ ਲਿਜਾਣ ਵਿੱਚ ਕਾਮਯਾਬ ਹੋ ਗਏ ਸਨ। ਭਾਈ ਨਿਧਾਨ ਸਿੰਘ ਚੋਗਾ ਨੇ ਬਾਲਟੀਆਂ ਦੇ ਥੱਲਿਆਂ ਵਿੱਚ ਪਿਸਤੌਲ ਲੁਕੋ ਕੇ ਲਿਆਉਣ ਦਾ ਯਤਨ ਕੀਤਾ, ਪਰ ਤਲਾਸ਼ੀਆਂ ਦੌਰਾਨ ਪੁਲਿਸ ਨੂੰ ਉਸ ਦੀ ਇਸ ਚਲਾਕੀ ਦਾ ਪਤਾ ਲੱਗ ਗਿਆ ਅਤੇ ਮੋਟੇ ਥੱਲਿਆਂ ਵਾਲੀਆਂ 20 ਦੇ ਕਰੀਬ ਬਾਲਟੀਆਂ ਜ਼ਬਤ ਕਰ ਲਈਆਂ ਗਈਆਂ। ਇੱਕ ਗਦਰੀ ਆਪਣੇ ਵੱਡੇ ਆਕਾਰ ਦੇ ਬੂਟ ਵਿੱਚ ਪਿਸਤੌਲ ਲੁਕੋ ਕੇ ਲਿਆਉਣ ਵਿੱਚ ਸਫਲ ਹੋ ਗਿਆ ਸੀ। ਜੰਡਿਆਲਾ ਜਲੰਧਰ ਪਿੰਡ ਦਾ ਗੁਰਦਿੱਤਾ ਸਾਰਿਆਂ ਨਾਲੋਂ ਵੱਧ ਢੰਗੀ ਨਿਕਲਿਆ। ਉਸ ਨੇ ਮੇਜ਼ ਦੀਆਂ ਲੱਤਾਂ ਅੰਦਰੋਂ ਖੋਖਲੀਆਂ ਕਰਕੇ ਉਹਨਾਂ ਵਿੱਚ 5 ਪਿਸਤੌਲ ਫਿੱਟ ਕਰ ਲਏ ਸਨ ਅਤੇ ਇਸ ਦੇ ਨਾਲ ਹੀ ਲੱਕੜ ਦੇ ਸੰਦੂਕ ਦੇ ਚਾਰੇ ਪਾਸਿਆਂ ਤੇ ਵਰਮੇ ਨਾਲ ਮੋਰੀਆਂ ਕਰਕੇ ਉਹਨਾਂ ਵਿੱਚ ਕਈ 100 ਕਾਰਤੂਸ ਲੁਕੋ ਲਏ ਸਨ। ਕਲੰਬੋ ਦੇ ਘਾਟ ਤੇ ਕਸਟਮ ਅਧਿਕਾਰੀਆਂ ਨੂੰ ਉਸ ਦੀ ਇਸ ਚਲਾਕੀ ਦਾ ਕੋਈ ਪਤਾ ਨਾ ਲੱਗਿਆ। ਉਸ ਨੇ ਧਨੁਸ਼ਕੋੜੀ ਤੋਂ ਰੇਲ ਗੱਡੀ ਦੇ ਸਧਾਰਨ ਦਰਜੇ ਵਿੱਚ ਸਫ਼ਰ ਕਰਨ ਦੀ ਥਾਂ ਸੈਕੰਡ ਕਲਾਸ ਵਿੱਚ ਸਫ਼ਰ ਕਰਨ ਦੀ ਤਰਕੀਬ ਅਜ਼ਮਾਈ ਅਤੇ ਸਾਰਾ ਸਮਾਨ ਲੈ ਕੇ ਸੁੱਖੀ ਸਾਂਦੀ ਘਰ ਪਹੁੰਚ ਗਿਆ ਸੀ। ਸਮਾਨ ਘਰੇ ਟਿਕਾ ਕੇ ਉਹ ਅਗਲੇ ਦਿਨ ਲੁਧਿਆਣੇ ਆਪਣੇ ਆਪ ਹੀ ਪੁੱਛਗਿੱਛ ਲਈ ਜਾ ਹਾਜ਼ਰ ਹੋਇਆ ਸੀ। ਇਨ੍ਹਾਂ ਗੱਲਾਂ ਤੋਂ ਗਦਰੀ ਸੰਗਰਾਮੀਆਂ ਦੀ ਲਗਨ, ਦ੍ਰਿੜਤਾ, ਜੋਸ਼, ਤੀਬਰਤਾ ਤੇ ਪ੍ਰਤਿਭਾ ਦੇ ਪ੍ਰਤੱਖ ਪ੍ਰਮਾਣ ਮਿਲਦੇ ਹਨ। ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ, ਲੇਖਕ ਸਰਦਾਰ ਅਜਮੇਰ ਸਿੰਘ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।